हाँ जी, नैक्सट वाली एक्सरसाइज अपनी 10C ਤਾਂ ਇਹਦੇ ਵਿੱਚ ਪਹਿਲਾਂ ਡੈਫੀਨੇਸ਼ਨ ਦਿੱਤੀ ਹੋਈ ਆ, ਜਿੰਨੀ ਕੁ ਤੁਹਾਨੂੰ ਦੱਸੂਗੀ ਬੇਟਾ ਉਨੀ ਕੀ ਕਰਨੀ ਆ। ਇੰਪਲੂਸ ਆਫ ਦਾ ਫੋਰਸ, ਠੀਕ ਆ। ਕੀ ਹੁੰਦੀ ਆ ਆਪਣੇ ਕੋਲ ਇੰਪਲੂਸ ਆਫ ਕਾਂਸਟੈਂਟ ਫੋਰਸ? ਵੈਨ ਆ ਫੋਰਸ ਇਜ਼ ਕਾਂਸਟੈਂਟ ਇਨ ਮੈਗਨੀਟਿਊਡ ਐਂਡ ਡਾਇਰੈਕਸ਼ਨ the impulse is the product of force and time doing which it act। ਕਹਿੰਦੇ ਜੇ ਇੰਪਲੂਸ ਫੋਰਸ ਆਪਾਂ ਉਸ ਫੋਰਸ ਨੂੰ ਕਹਾਂਗੇ ਜਿਹੜੀ ਕਿ ਕਾਂਸਟੈਂਟ ਹੋਊਗੀ ਉਸਦੇ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੇ ਵਿੱਚ, ਅਤੇ ਪ੍ਰੋਡਕਟ ਕਿਸ ਕਿਸ ਦੀ ਹੋਊਗੀ? ਫੋਰਸ ਐਂਡ ਟਾਈਮ ਦੀ। ਮਤਲਬ ਜੇ ਫੋਰਸ ਨੂੰ ਆਪਾਂ ਟਾਈਮ ਨਾਲ ਮਲਟੀਪਲਾਈ ਕਰਦੇ ਹਾਂ ਦੈਨ ਆਪਣੇ ਕੋਲ ਕੀ ਆਊਗਾ? ਇੰਪਲੂਸ ਫੋਰਸ ਆ ਜੂਗੀ, ਠੀਕ ਹੈ। ਤਾਂ ਅੱਗੇ ਇਹਦਾ ਫਾਰਮੂਲਾ ਦਿੱਤਾ ਹੋਇਆ ਗਾ, ਦੇਖੋ ਇੰਪਲੂਸ P ਇਕੁਅਲ ਟੂ FT ਦੀ ਵੈਲਿਊ ਪੁੱਟ ਕਰ ਸਕਦੇ ਹਾਂ ਆਪਾਂ। MF ਤਾਂ ਇਹਦੇ ਇਕੁਅਲ ਆ ਜਾਊਗਾ, T ਐਜ਼ ਇਟ ਰਹੂਗੀ, ਠੀਕ ਹੈ। ਅੱਗੇ ਇਹਨੂੰ ਸੋਲਵ ਕਰਕੇ ਤਾਂ ਆਹ ਫਾਰਮੂਲਾ ਤੁਸੀਂ ਯਾਦ ਰੱਖਣਾ ਗਾ, ਚੇਂਜ ਇਨ ਮੂਵਮੈਂਟਮ, ਠੀਕ ਆ। ਡੈਫੀਨੇਸ਼ਨ ਆਪਣੀ ਇੱਥੋਂ ਤੱਕ ਹੀ ਹੁੰਦੀ ਆ, ਉਦੋਂ ਬਾਅਦ ਆਹ ਲਿਖਣਾ ਹੋਊਗਾ। ਅਗਰ ਤੁਹਾਨੂੰ ਡੈਫੀਨੇਸ਼ਨ ਆਉਂਦੀ ਹੈ ਤਾਂ ਇੱਥੋਂ ਤੱਕ ਲਿਖ ਕੇ ਫਿਰ ਇੰਨਾ ਕੁ ਪਾਰਟ ਬੇਟਾ ਸੋਲਵ ਕਰ ਦੇਣਾ ਗਾ, ਠੀਕ ਹੈ। ਤਾਂ ਅੱਗੇ ਆ ਜਿਹੜਾ ਇਹ ਵਾਲਾ ਆਪਾਂ ਨਹੀਂ ਕਰਨਾ ਗਾ। ਉਦੋਂ ਬਾਅਦ ਉਹੀ ਕੰਡੀਸ਼ਨ ਆ, ਇਫ ਜੇ ਆਪਣਾ ਜ਼ੂ 0 ਦੇ ਇਕੁਅਲ ਦਿੱਤਾ ਹੋਇਆ ਗਾ ਦੈਨ ਆਪਣਾ ਪਾਰਟੀਕਲ ਕੀ ਹੋਊਗਾ? ਸਟਾਰਟ ਕਰੂਗਾ ਰੈਸਟ ਪੋਜੀਸ਼ਨ ਤੋਂ, ਦੈਨ P ਦੀ ਵੈਲਿਊ ਕਿਸ ਦੇ ਇਕੁਅਲ ਆ ਜੂਗੀ? MB ਦੇ, ਠੀਕ ਹੈ। ਨੈਕਸਟ ਅਗਰ ਵੇਰੀਏਬਲ ਦੇ ਵਿੱਚ ਹੁੰਦੀ ਆ ਆਪਣੀ ਇੰਪਲੂਸ ਫੋਰਸ ਦੈਨ ਕੀ ਹੋਊਗਾ? ਕਹਿੰਦੇ ਲੈਟ ਦਾ ਵੇਰੀਏਬਲ ਫੋਰਸ ਐਕਟ ਔਨ ਦਾ ਪਾਰਟੀਕਲ ਆਫ ਮਾਸ M ਫॉर ਟਾਈਮ T। ਕਹਿੰਦੇ ਕੀ ਆ, ਤੁਸੀਂ ਲੈਟ ਕਰਨਾ ਗਾ ਕੋਈ ਵੇਰੀਏਬਲ ਫੋਰਸ ਦਾ ਜਿਹੜਾ ਕੀ ਐਕਟ ਕਰ ਰਿਹਾ ਗਾ ਮਾਸ M ਦੇ ਨਾਲ ਟਾਈਮ T ਦੇ ਉੱਪਰ। F ਕੀ ਲੈ ਰਹੇ ਆ? ਉਸ ਫੋਰਸ ਦਾ ਟਾਈਮ T ਲੈ ਰਹੇ ਆ, F ਫੋਰਸ ਆਪਣੇ ਕੋਲ। ਦੈਨ ਇੰਪਲੂਸ ਫੋਰਸ ਕੀ ਹੋਊਗੀ? ਵੇਰੀਏਬਲ ਦੇ ਵਿੱਚ ਆਪਾਂ ਇਹਨੂੰ ਕਿਵੇਂ ਡਿਫਾਈਨ ਕਰਿਆ ਕਰਾਂਗੇ? 0 ਤੋਂ T ਇੰਟੀਗ੍ਰੇਸ਼ਨ F dt, ਠੀਕ ਹੈ। ਤਾਂ ਇਹ ਇੱਥੋਂ ਤੱਕ ਆਉਂਦੀ ਹੈ ਤੁਹਾਡੀ ਡੈਫੀਨੇਸ਼ਨ, ਤੁਸੀਂ ਇੱਥੋਂ ਤੱਕ ਹੀ ਕਰਨੀ ਹੈ ਇਹ। ਦੂਸਰੀ ਹੋਰ ਇਹਦੇ ਵਿੱਚ ਜਿਹੜਾ ਅੱਗੇ ਦਿੱਤਾ ਹੋਇਆ ਉਹ ਕਰਨ ਦੀ ਲੋੜ ਨਹੀਂ। ਨੈਕਸਟ ਇੰਪਲੂਸਿਵ ਫੋਰਸ, ਇਹ ਕੀ ਹੋਇਆ ਕਰੂਗੀ ਤੁਹਾਡੇ ਕੋਲ? ਇੰਪਲੂਸਿਵ ਫੋਰਸ ਇਜ਼ ਦੈਟ ਵਿਚ ਐਕਟ ਫॉर ਅ ਵੈਰੀ ਸ਼ੋਰਟ ਟਾਈਮ ਬਟ ਇਜ਼ ਗ੍ਰੇਟਰ ਇਨ ਮੈਗਨੀਟਿਊਡ। ਕਹਿੰਦੇ ਕੀ ਹੈ, ਉਹ ਫੋਰਸ ਹੋਊਗੀ ਜਿਹੜੀ ਐਕਟ ਕਰੂਗੀ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਬਟ ਬਹੁਤ ਜ਼ਿਆਦਾ ਹੋਊਗੀ, ਗ੍ਰੇਟ ਹੋਊਗੀ ਉਹਦੇ ਮੈਗਨੀਟਿਊਡ ਦੇ ਵਿੱਚ। ਜਿਵੇਂ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੋਈ ਆ ਬਲੋ ਆਫ ਹੈਮਰ। ਜੇ ਕਹਿੰਦੇ ਆਪਾਂ ਹੈਮਰ ਨੂੰ ਸੁੱਟ ਦਿੰਦੇ ਆ, ਜਦੋਂ ਸੁੱਟਦੇ ਆ ਡਿੱਗ ਤਾਂ ਬੇਟਾ ਨਾਲ ਦੀ ਨਾਲ ਪੈਂਦੀ ਆ ਹੈਮਰ ਆਪਣੀ, ਬਟ ਕੀ ਹੈ ਕਹਿੰਦੇ ਇਹ ਬਹੁਤ ਜ਼ਿਆਦਾ ਮੈਗਨੀਟਿਊਡ ਦੇ ਵਿੱਚ ਡਿੱਗਦੀ ਆ। ਸ਼ਾਰਟ ਟਾਈਮ ਲੱਗਦਾ, ਜਦੋਂ ਤੁਸੀਂ ਹੈਮਰ ਨੂੰ ਨੀਚੇ ਸੁੱਟਦੇ ਹੋ ਤਾਂ ਆਪਣੀ ਹੈਮਰ ਨੀਚੇ ਚਲੀ ਜਾਂਦੀ ਹੈ, ਬਲੂ ਜਾਂਦੀ ਹੈ, ਠੀਕ ਹੈ। ਬਟ ਮੈਗਨੀਟਿਊਡ ਦੇ ਵਿੱਚ ਕੀ ਹੋਊਗੀ? ਗ੍ਰੇਟਰ ਹੋਊਗੀ। ਸਿਮਿਲਰਲੀ ਦੂਸਰੀ ਐਗਜ਼ਾਮਪਲ ਦਿੱਤੀ ਹੋਈ ਆ, ਅੱਗੇ ਐਗਜ਼ਾਮਪਲ ਆ ਗਈ ਤੁਹਾਡੀ ਸ਼ੋ ਦੈਟ ਦਾ ਵਰਕ ਡਨ ਬਾਈ ਇੰਪਲੂਸਿਵ ਫੋਰਸ ਇਜ਼ ਦਾ ਡਾਟ ਪ੍ਰੋਡਕਟ ਆਫ ਇੰਪਲੂਸਿਵ ਵੈਕਟਰ ਐਂਡ ਮੀਨ ਆਫ ਇਨੀਸ਼ੀਅਲ ਐਂਡ ਫਾਈਨਲ ਵੈਲੋਸਿਟੀ। ਤੁਸੀਂ ਸ਼ੋ ਕਰਨਾ ਜਿਹੜਾ ਤੁਹਾਡਾ ਵਰਕ ਡਨ ਹੋਊਗਾ ਬਾਏ ਕਿਹਦੇ ਦੁਆਰਾ ਕੀਤਾ ਜਾ ਰਿਹਾ? ਇੰਪਲੂਸਿਵ ਫੋਰਸ ਦੁਆਰਾ। ਉਹ ਕਿਸ ਆਨਸਰ ਦੇ ਵਿੱਚ ਆਊਗਾ? ਪ੍ਰੋਡਕਟ ਹੋਊਗਾ ਡਾਟ ਕਿਸ ਦੀ ਹੋਊਗਾ? ਇੰਪਲੀਸ ਵੈਕਟਰ ਐਂਡ ਮੀਨ ਆਫ ਇਨੀਸ਼ੀਅਲ ਐਂਡ ਫਾਈਨਲ ਵੈਲੋਸਿਟੀ। ਤਾਂ ਆਪਾਂ F ਕੀ ਲੈ ਰਹੇ ਹਾਂ? ਇੰਪਲੂਸਿਵ ਫੋਰਸ ਲੈ ਰਹੇ ਹਾਂ, ਐਕਟ ਕਰ ਰਹੀ ਹੈ ਪਾਰਟੀਕਲ ਦੇ ਉੱਪਰ, ਉਸ ਦਾ ਮਾਸ ਕੀ ਹੈ? M। P ਕੀ ਲੈਤੀ ਹੈ ਤੁਸੀਂ? ਇੰਪਲੂਸਿਵ ਵੈਕਟਰ ਲੈਤਾ ਗਾ, ਠੀਕ ਹੈ। U ਤੇ B ਆਪਾਂ ਕੀ ਲੈਤੀਆਂ? ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਲੈ ਲਈਆਂ। ਨਾ ਉਹ ਵਰਕ ਡਨ ਫੋਰਸ ਦਾ ਕਿਸ ਦੇ ਇਕੁਅਲ ਹੋਊਗਾ? ਆਪਣਾ ਚੇਂਜ ਇਨ ਕਿਨੈਟਿਕ ਐਨਰਜੀ। ਇਹਦਾ ਫਾਰਮੂਲਾ ਕੀ ਹੁੰਦਾ ਸੀ ਆਪਣੇ ਕੋਲ? 1/2 mv ਸਕੁਏਅਰ ਮਾਈਨਸ 1/2 mu ਸਕੁਏਅਰ। ਉੱਥੇ ਆਪਣੇ ਕੋਲ B1 ਤੇ B2 ਹੁੰਦਾ ਸੀ, ਇੱਥੇ ਦੋਨੋਂ ਅਲੱਗ-ਅਲੱਗ ਵੈਲੋਸਿਟੀਜ਼ ਦਿੱਤੀਆਂ ਹੋਈਆਂ ਤਾਂ ਤੁਸੀਂ B ਤੇ U ਪੁੱਟ ਕਰ ਦੋਗੇ। ਨੈਕਸਟ ਹੈ 1/2 m ਕਾਮਨ ਬਾਹਰ ਕੱਢਿਆ ਹੋਇਆ, ਸੋਲਵ ਕਰਕੇ ਲਿਖੋਗੇ। ਸੋਲਵ ਕਰਕੇ ਲਿਖਣ ਤੋਂ ਬਾਅਦ ਜਿਹੜੀ ਫਸਟ ਬਣ ਰਹੀ ਹੈ ਆਪਣੇ ਕੋਲ ਉਹ ਕੀ ਆ ਰਿਹਾ ਆਪਣੇ ਕੋਲੇ? ਚੇਂਜ ਇਨ ਲੀਨੀਅਰ ਮੂਵਮੈਂਟਮ, ਜਿਹੜਾ ਮੈਂ ਹੁਣੀ ਤੁਹਾਨੂੰ ਫਾਰਮੂਲਾ ਕਰਵਾਇਆ ਸੀ ਡੈਫੀਨੇਸ਼ਨ ਦੇ ਵਿੱਚ। ਦੂਸਰੇ ਵਾਲੇ ਨੂੰ ਐਜ਼ ਇਟ ਰੱਖੋ। ਤਾਂ ਇਸ ਚੀਜ਼ ਨੂੰ ਆਪਾਂ ਕਿਸ ਦੇ ਇਕੁਅਲ ਲਿਖਦੇ ਹੁੰਦੇ ਸੀਗੇ? P ਦੇ। ਫਸਟ ਫਾਰਮੂਲਾ ਹੀ ਹੈ ਬੇਟਾ ਜਿਹੜਾ ਆਪਾਂ ਹੁਣੀ ਕਰਕੇ ਆਂਦਾ ਗਾ ਡੈਫੀਨੇਸ਼ਨ ਇੰਪਲੂਸਿਵ ਫੋਰਸ ਦੀ। ਉਹਦੇ ਵਿੱਚ ਆਪਣੇ ਕੋਲੇ ਜਿਹੜਾ
ਪੀ ਸੀਗਾ ਕਿਸ ਦੇ ਇਕੁਅਲ ਆਇਆ ਸੀਗਾ ਐਮ ਬੀ ਐਮ ਯੂ ਦੇ, ਤਾਂ ਉਹ ਵੈਲਿਊ ਪੁੱਟ ਕਰਤੀ ਆ। ਇਹੀ ਚੀਜ਼ ਆਪਾਂ ਸ਼ੋ ਕਰਕੇ ਦਿਖਾਉਣੀ ਸੀ, ਪ੍ਰੂਫ ਹੋ ਗਿਆ। ਨਾ ਉਹ ਵਰਕ ਡਨ ਤੁਹਾਡਾ ਕਿਸ ਦੇ ਇਕੁਅਲ ਹੋਇਆ ਕਰੂਗਾ, ਇੱਥੋਂ ਇੱਕ ਫਾਰਮੂਲਾ ਯਾਦ ਰੱਖਿਓ, ਚੇਂਜ ਇਨ ਕਿਨੈਟਿਕ ਐਨਰਜੀ, ਉਹਦਾ ਫਾਰਮੂਲਾ ਇਸ ਦੇ ਇਕੁਅਲ ਹੋਇਆ ਕਰੂਗਾ। ਇਸ ਚੀਜ਼ ਨੂੰ ਸੋਲਵ ਕਰਕੇ ਆਪਾਂ ਇਹਦੇ ਵਿੱਚ ਲਿਖ ਸਕਦੇ ਹਾਂ। ਫਸਟ ਕੀ ਬਣ ਰਿਹਾ ਆਪਣੇ ਕੋਲੇ, ਚੇਂਜ ਇਨ ਮੂਮੈਂਟਮ, ਦੂਜਾ ਕੀ ਆ ਰਿਹਾ ਗਾ, ਮੀਨ ਆ ਰਿਹਾ ਗਾ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਦਾ। ਠੀਕ ਹੈ, ਤਾਂ ਨੈਕਸਟ ਵਾਲਾ ਦੇਖੋ ਆ, ਬਾਲ ਆਫ ਮਾਸ 5 GM ਫਾਲ ਫਰੋਮ ਆ ਹਾਈਟ ਆਫ 10 ਮੀਟਰ। ਕਹਿੰਦੇ ਕੋਈ ਬਾਲ ਆ ਜਿਹੜੀ ਕੀ ਆ 10 ਮੀਟਰ ਦੀ ਹਾਈਟ ਤੋਂ ਸੁੱਟੀ ਗਈ ਆ, ਉਹਦਾ ਮਾਸ ਕੀ ਆ ਐਮ ਆਪਣੇ ਕੋਲੇ 5 ਗ੍ਰਾਮ। ਹਾਈਟ ਕਹਿੰਦੇ ਜਦੋਂ ਰਿਬਾਉਂਡ ਹੁੰਦੀ ਆ, ਦੁਬਾਰਾ ਤੋਂ ਰਿਬਾਉਂਡ ਹੁੰਦੀ ਆ, ਉਦੋਂ ਉਹਦੀ ਹਾਈਟ ਕਿੰਨੀ ਹੁੰਦੀ ਆ 6.4 ਮੀਟਰ। ਫਾਈਂਡ ਕਰਨਾ ਗਾ ਤੁਸੀਂ ਇੰਪਲੂਸ ਐਂਡ ਐਵਰੇਜ ਫੋਰਸ ਬਿਟਵੀਨ ਦਾ ਵਾਲ ਐਂਡ ਦਾ ਗਰਾਊਂਡ ਇਫ ਦਾ ਇੰਪੈਕਟ ਟੇਕਸ ਪਲੇਸ ਦਿਸ ਸੈਕਿੰਡ। ਟਾਈਮ ਵੀ ਆਪਾਂ ਨੂੰ ਗਿਵਨ ਆ। ਤਾਂ ਇਹਦੇ ਵਿੱਚ ਦੇਖੋ ਆਪਾਂ ਯੂ ਕੀ ਆ, ਵੈਲੋਸਿਟੀ ਲੈ ਰਹੇ ਆ, ਯੂ ਵੈਲੋਸਿਟੀ ਲੈਤੀ ਆ। ਕਹਿੰਦੇ ਵਾਲ ਸਟ੍ਰਾਈਕ ਕਰ ਰਹੀ ਆ ਗਰਾਊਂਡ ਬੀ ਤੋਂ, ਬੀ ਗਰਾਊਂਡ ਤੋਂ ਆਪਾਂ ਸੁੱਟ ਰਹੇ ਹਾਂ, ਬੀ ਤੋਂ ਸੁੱਟੀ ਆ, ਬਟ ਏ ਕੀ ਹੋਊ ਆਪਣੇ ਕੋਲੇ 0 ਹੋਊਗੀ। ਏ ਤੋਂ ਵੀ ਹਾਈਟ ਆਪਾਂ ਨੂੰ ਦਿੱਤੀ ਹੋਈ ਸੀਗੀ 10 ਮੀਟਰ। ਤਾਂ ਹੁਣ ਤੁਸੀਂ ਫਾਰਮੂਲਾ ਪੁੱਟ ਕਰ ਦੋਗੇ, ਕੀ ਹੁੰਦਾ ਸੀ ਯੂ ਸਕੇਅਰ ਬੀ ਸਕੇਅਰ ਵਾਲਾ, ਬੀ ਸਕੇਅਰ ਇਕੁਅਲ ਟੂ 2FS ਪਲੱਸ ਯੂ ਸਕੇਅਰ। ਯੂ ਸਕੇਅਰ ਦੂਸਰੀ ਸਾਈਡ ਲਿਆਂਦਾ ਮਾਈਨਸ ਦਾ ਬਣ ਗਿਆ। ਵੈਲਿਊਸ ਪੁੱਟ ਕਰੋਗੇ, ਯੂ ਦੀ ਵੈਲਿਊ ਕੱਢ ਲਓਗੇ। ਸਿਮੀਲਰਲੀ ਜਦੋਂ ਤੁਸੀਂ ਬੀ ਵੈਲੋਸਿਟੀ ਲਓਗੇ, ਬੋਲ ਉਦੋਂ ਆਪਣੀ ਰਿਵੋਲਵ ਹੁੰਦੀ ਸੀਗੀ, ਤਾਂ ਉਦੋਂ ਕਿੰਨੀ ਸੀਗੀ ਆਪਣੇ ਕੋਲੇ ਬੀ ਤੋਂ ਸੀ ਹਾਈਟ ਕਿੰਨੀ ਦਿੱਤੀ ਸੀਗੀ 6.4 ਮੀਟਰ। ਤਾਂ ਹੀ ਬੇਟਾ ਇੱਥੇ ਮਾਈਨਸ ਦਾ ਆਊਗਾ 2, ਕਿਉਂਕਿ ਆਪਾਂ ਰਿਵਾਉਂਡ ਦੁਬਾਰਾ ਤੋਂ ਸੁੱਟ ਰਹੇ ਹਾਂ। ਠੀਕ ਹੈ, ਰਿਵਾਉਂਡ ਹੋ ਕੇ ਆ ਰਹੀ ਆ ਬੋਲ, ਤਾਂ ਕਰਕੇ ਇਹ ਕੀ ਹੋ ਜੂਗੀ ਆਪਣੇ ਕੋਲੇ ਮਾਈਨਸ ਦੀ। ਇਹਨੂੰ ਫਿਰ ਸੋਲਵ ਕਰੋਗੇ, ਬੀ ਦੀ ਵੈਲਿਊ ਨਿਕਲ ਆਊਗੀ। ਇੰਪਲੂਸ ਦੇ ਵਿੱਚ ਕੀ ਹੈ, ਤੁਸੀਂ ਇਹਦੀ ਵੈਲਿਊ ਪੁੱਟ ਕਰ ਦੋਗੇ। ਇੱਥੇ ਵੀ ਮਾਈਨਸ ਅਗੇਨ ਕਿਉਂ ਆਇਆਗਾ, ਰਿਵਾਉਂਡ ਦੀ ਕੰਡੀਸ਼ਨ ਹੋਣ ਕਰਕੇ। ਤਾਂ ਮਾਈਨਸ ਮਾਈਨਸ ਪਲੱਸ ਸਾਰੀਆਂ ਵੈਲਿਊਸ ਨਿਕਲਿਆਂਗਾ। ਐਮ ਆਪਾਂ ਨੂੰ ਕੀ ਦਿੱਤਾ ਹੋਇਆ ਸੀਗਾ 5 ਗ੍ਰਾਮ 'ਚ ਦਿੱਤਾ ਸੀ, ਇਸ ਨੂੰ ਤੁਸੀਂ ਕੀ ਕੀਤਾ 5 kg 'ਚ ਚੇਂਜ ਕਰ ਲਿਆ। ਨਾਲ ਨਿਊਟਨ 'ਚ ਚੇਂਜ ਕਰੋਗੇ ਤਾਂ 1000 ਲੱਗ ਜੂਗਾ, ਨੀਚੇ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ ਨਿਊਟਨ ਸੈਕਿੰਡ 'ਚ ਆਨਸਰ ਆ ਗਿਆ ਫਸਟ। ਅੱਗੇ ਕੀ ਪਤਾ ਕਰਨਾ ਸੀਗਾ ਤੁਸੀਂ, ਫੋਰਸ ਦਿੱਤਾ ਸੀ, ਚੇਂਜ ਆਫ ਮੂਮੈਂਟਮ ਪਤਾ ਕਰਨਾ ਸੀ, ਉਹ ਕਿਸ ਦੇ ਇਕੁਅਲ ਹੁੰਦਾ ਸੀ ਫੋਰਸ ਇਨਟੂ ਟਾਈਮ। ਤਾਂ ਫੋਰਸ ਦੀ ਵੈਲਿਊ ਕੀ ਹੁੰਦੀ ਸੀ ਆਪਣੇ ਕੋਲੇ, ਫੋਰਸ ਦੇ ਵਿੱਚੋਂ ਆਪਾਂ ਵੇਟ ਮਾਈਨਸ ਕਰ ਦਾਂਗੇ ਇਨਟੂ ਟਾਈਮ। ਤਾਂ ਫੋਰਸ ਦੇ ਵਿੱਚੋਂ ਵੇਟ ਮਾਈਨਸ ਕੀਤਾ ਹੋਇਆਗਾ, ਦੈਨ ਇਹ ਕੀ ਆ ਜੂਗੀ ਆਪਣੇ ਕੋਲ ਫੋਰਸ ਆ ਜੂਗੀ। ਮੂਮੈਂਟਮ ਆਪਾਂ ਕੱਢ ਚੁੱਕੇ ਹਾਂ, ਸੋਲਵ ਕਰਾਂਗੇ ਤਾਂ ਆਪਣੇ ਕੋਲ ਐਫ ਦੀ ਵੈਲਿਊ ਨਿਕਲ ਆਊਗੀ। ਠੀਕ ਹੈ, ਨੈਕਸਟ ਵਾਲੀ ਐਗਜ਼ਾਮਪਲ ਦੇਖੋ, ਆ ਬਾਲ ਆਫ ਮਾਸ mkg ਦਿੱਤਾ ਹੋਇਆ, ਆਪਾਂ ਨੂੰ ਟਾਰਗੇਟ ਫਿਕਸ ਕੀਤਾ ਗਿਆ ਗਾ mkg ਮਾਸ ਉੱਪਰ। ਪੈਡੈਂਟਡ ਥਾਊਟ ਆ, ਡਿਸਟੈਂਸ ਕਿੰਨਾ ਦਿੱਤਾ ਹੋਇਆਗਾ ਆਪਾਂ ਨੂੰ a ਮੀਟਰ। ਡਿਸਟੈਂਸ ਵੀ ਗਿਵਨ ਆਪਾਂ ਨੂੰ। ਇਫ ਕਹਿੰਦੇ ਟਾਰਗੇਟ ਵਾਜ਼ ਫ੍ਰੀ ਟੂ ਮੂਵ, ਦੈਨ ਸ਼ੋ ਕਰਨਾ ਗਾ ਡਿਸਟੈਂਸ ਕਿੰਨਾ ਹੋਊ ਆਪਣੇ ਕੋਲ ਇਸ ਕੰਡੀਸ਼ਨ ਦੇ ਵਿੱਚ ਹੋਊਗਾ। ਐਂਡ ਆਪਾਂ ਜਿਹੜਾ ਹੋਰ ਚੀਜ਼ ਕੀ ਸ਼ੋ ਕਰਨੀ ਆ, ਕਿਨੈਟਿਕ ਐਨਰਜੀ ਦੇ ਵਿੱਚ ਜਿਹੜਾ ਲੋਸਟ ਹੋਊਗਾ ਉਹ ਇਸ ਕੰਡੀਸ਼ਨ 'ਚ ਹੋਊਗਾ ਇਨੀਸ਼ੀਅਲ ਡਿਸਟੈਂਸ ਦੇ ਉੱਪਰ। ਠੀਕ ਹੈ, ਤਾਂ ਜਦੋਂ ਟਾਰਗੇਟ ਆਪਣਾ ਫਿਕਸ ਸੀਗਾ, ਟਾਰਗੇਟ ਫਿਕਸ ਆ, ਤਾਂ ਆਪਣੇ ਕੋਲੇ ਆਰ ਨਿਊਟਨ ਰੈਜ਼ੀਡੈਂਟ ਆਊਗਾ। ਬੀ ਆਪਾਂ ਕੀ ਲੈਤੀ, ਵੈਲੋਸਿਟੀ ਲੈਤੀ ਆ। ਤਾਂ ਫਸਟ ਆਪਾਂ ਵਰਕ ਡਨ ਪਤਾ ਕੀਤਾ ਰੈਜ਼ੀਡੈਂਟ ਦੇ ਅਕੋਰਡਿੰਗ, ਰੈਜ਼ੀਡੈਂਟ ਦੇ ਅਕੋਰਡਿੰਗ ਕੱਢੋਗੇ, ਤਾਂ ਕਰਕੇ ਤੁਹਾਡਾ ਕੀ ਆ ਆਰ ਆਇਆ ਹੋਏਗਾ ਰੈਜ਼ੀਡੈਂਟ ਦੀ ਕੰਡੀਸ਼ਨ ਤੋਂ। ਡਿਸਟੈਂਸ ਏ ਗਿਵਨ ਸੀ ਆਪਾਂ ਨੂੰ, ਡਿਸਟੈਂਸ ਏ ਗਿਵਨ ਹੋਰ ਕਰਕੇ ਆਪਣੇ ਫਾਰਮੂਲਾ ਹੁੰਦਾ ਸੀਗਾ UT ਇਕੁਅਲ ਟੂ -1/2 FT ਦੀ 2। ਠੀਕ ਆ, ਇੱਥੇ ਆਰ ਮਾਈਨਸ ਦਾ ਕਿਉਂ ਲੱਗ ਗਿਆ ਹੋਇਆਗਾ ਬੇਟਾ, ਕਿਉਂਕਿ ਆਪਾਂ ਅਗੇਂਸਟ ਰੈਜ਼ੀਡੈਂਟ ਕੱਢ ਰਹੇ ਹਾਂ ਫੋਰਸ, ਤਾਂ ਕਰਕੇ ਅਗੇਂਸਟ ਹੋਣ ਕਰਕੇ ਆਰ ਦੇ ਅੱਗੇ ਮਾਈਨਸ ਲੱਗੂਗਾ। ਸੋਲਵ ਕਰੋਗੇ ਆਰ ਦੀ ਵੈਲਿਊ ਨਿਕਲ ਆਊਗੀ ਆਪਣੇ ਕੋਲ। ਸਿਮੀਲਰਲੀ ਜਦੋਂ ਆਪਣੇ ਕੋਲੇ ਟਾਰਗੇਟ ਮੂਵ ਕਰ ਰਿਹਾ ਸੀ ਫ੍ਰੀ, ਉਦੋਂ ਤੁਸੀਂ ਬੀ ਵੈਲੋਸਿਟੀ ਲਓਗੇ। ਬੀ ਵੈਲੋਸਿਟੀ ਤੋਂ ਬਾਅਦ ਆਪਾਂ ਪ੍ਰਿੰਸੀਪਲ ਕਰਕੇ ਆਏ ਆ। ਕਨਵਰਸੇਸ਼ਨ ਦਾ ਕੀ ਹੁੰਦਾ ਸੀ ਆਪਣੇ ਕੋਲ, ਪਿੱਛੇ ਐਕਸਰਸਾਈਜ਼ 'ਚ ਇੱਕ ਐਗਜ਼ਾਮਪਲ ਸੀਗੀ MB ਪਲੱਸ MV2 ਇਕੁਅਲ ਟੂ M ਪਲੱਸ MB। ਠੀਕ ਹੈ, ਤਾਂ ਇਹ ਉਹੀ ਫਾਰਮੂਲਾ ਲੱਗਿਆ ਹੋਇਆਗਾ ਪਿਛਲੀ ਐਕਸਰਸਾਈਜ਼ ਦੇ ਵਿੱਚ ਸੀਗਾ ਤੁਹਾਨੂੰ ਇਹ। ਤਾਂ ਉਹ ਅਪਲਾਈ ਕੀਤਾ ਆਪਾਂ ਫਾਰਮੂਲਾ, ਇੱਥੋਂ ਬੀ ਦੀ ਵੈਲਿਊ ਨਿਕਲੇਗੀ। ਚੇਂਜ ਕਿਨੈਟਿਕ ਐਨਰਜੀ 'ਚ ਕੱਢੋਗੇ ਕੀ ਹੁੰਦਾ ਸੀ 1/2 MB1 ਦਾ ਸਕੇਅਰ -1/2 MB2 ਦਾ ਸਕੇਅਰ। ਇੱਥੇ M ਦੀ ਜਗ੍ਹਾ 'ਤੇ ਕੀ ਆਇਆ ਆਪਣੇ ਕੋਲੇ M ਪਲੱਸ M ਲਗਾ ਦੋਗੇ, ਸੋਲਵ ਕਰੋਗੇ। ਸਿਮੀਲਰਲੀ ਲੋਸ ਕੱਢੋਗੇ ਕਿਨੈਟਿਕ ਐਨਰਜੀ ਦੇ ਵਿੱਚ, ਇੱਥੇ ਕੀ ਹੈ ਤੁਸੀਂ
एम बाय एम प्लस एम उस तरह रखोगे, दूसरे फंक्शन की अलग कर लोगे, एम बी स्केयर बाय 2 नूं अलग किया होएगा। ठीक है, इस कंडीशन में उस तरह आप अलग लिखा होया। दूसरा की आ रहा है अपना लॉस आ रहा कनेटिक एनर्जी दे विच। नाउ हुण की कीता आपां डी डिस्टेंस लैके चले हाँ। वैन कहते टारगेट अपना फ्री टू मूव कर रहा है। दैन सिमिलरली आप रेजिडेंट नूं इक्वल टू किहदे रखांगे, चेंज इन कनेटिक एनर्जी दे। इहनूं सॉल्व करोगे तो तुहाडे कोले डिस्टेंस निकल आऊगा। यही आपां शो करके दिखाउणा सी। ठीक है, तो जी नैक्सट वाली एग्जाम्पल आ ये भी बहुत ईजी आ, ये तुसीं खुद करके देखियो। 4th एग्जाम्पल आ जी थोड़ी, अगर ना हुई तो बेटा पूछ लियो। जी 5th एग्जाम्पल आ ये देखो, आ सैट ऑफ एन इक्वल ट्रैक विद ए मीटर क्लीयर डिस्टेंस बिटवीन दैम आर सैट इन द मोशन बाय स्टार्टिंग द एंड वन विद वेलोसिटी बी टूवर्ड्स द नैक्सट। कहते कोई सैट लैना गा तुसीं जिहदे विच एन इक्वल ट्रैक आ, जिवें इत्थे देखो बने हुए आ ट्रैक एन दे इक्वल आ, ए मीटर ते तुसीं डिस्टेंस लै रहे हो, बी वेलोसिटी लैनी आ आपां। फाइंड की करना तुसीं, हाउ लॉन्ग इट टेक फॉर द लास्ट ट्रैक टू स्टार्ट एंड द वैल्यू फाइनल वेलोसिटी। तुसीं पता करना गा भी जिहड़ा तुहाडा लास्ट ट्रैक आ वो कदों तो स्टार्ट होया, किन्ना होयागा, ते फाइनल वेलोसिटी दी वैल्यू की आ। बट पोर्शन ऑफ इनिशियल एनर्जी विल हैव बीन वेस्ट दैम वैन ऑल द ट्रैक आर इन मोशन। ते किन्ना पोर्शन आ जिहड़े इनिशियल एनर्जी का वेस्ट हुंदा गा ट्रैक नूं मोशन दे विच लिआउण लई। तो आपां बी वेलोसिटी लैती, एम मास लै रहे हैं, मूव कर रहे हैं टूगैदर। प्रिंसीपल कन्वर्सेशन का आपां की आ फार्मूला लगाया मोमेंटम का। इत्थों अपने कोले की आ गया, बी की वैल्यू निकल आऊगी बी बाय एन। द ट्रैक आपां नूं दिते हुए सीगे, ए उन्हां दे विच फिक्स की सी अपने कोले डिस्टेंस सीगा, एम मास लैता होयागा आपां। ठीक है, हुण देखो जदों आपां बी वेलोसिटी लै रहे हैं, बी डैश वेलोसिटी लैती आपां किहड़े ट्रैक की लैती है, T1 ते T2 की। बी डैश वेलोसिटी लै रहे हैं T1 T2 की, तां करके अपने कोले एम बी किस दे इक्वल आ जाऊगा, T1 T2 का मास एम प्लस एम। बी डैश आपां वेलोसिटी लैती, इत्थों बी डैश की वैल्यू निकल आई। जदों तुसीं बी डबल डैश वेलोसिटी लै रहे हो, ट्रैक किन्ने आ गए अपने कोले 3, तो तिन्नां दा मास हो जाऊगा एम प्लस एम। इत्थे भी की आ जाऊगा फिर अपने कोले बी डैश की वेलोसिटी बाय B2। ठीक है, इत्थों बी डबल डैश की वैल्यू कढ़ लांगे। सिमिलरली कहते आपां एन तक की है इन्हां दियां वैल्यूज़ कढ़ सकते हैं। नाउ हुण आपां टाइम कढ़ना गा जदों अपना की आ फस्ट ट्रैक स्ट्राइक करदा गा सैकेंड दे विच, तो उदों आपां फस्ट ट्रैक की वैल्यू की सी अपने कोल, डिस्टेंस बटा जिहड़ी आपां एस स्पीड लाई सी। डिस्टेंस की है अपने कोल ए, स्पीड की है अपनी बी। सैकेंड की कढ़ रहे हो, डिस्टेंस उत्थे उस तरह लगूगा। सैकेंड की स्पीड कितनी आई सी अपने कोले बी बाय 2, तो सैकेंड की निकले सो ऑन कहते तुसीं n-1 तक कढ़ लोगे। n-1 तक कढ़न तो बाद तुसीं की करना गा, सारियां नूं ऐड कर देना गा। सारियां नूं ऐड करन तो बाद ए बाय बी कॉमन बाहर निकल जूगा, फार्मूला बन जूगा। ਇਹਦਾ फार्मूला की हुंदा सी अपने कोले n-1/2 फार्मूला अप्लाई करता। फस्ट कंडीशन हो गई तुहाडे कोले टोटल टाइम की। कनैटिक एनर्जी कढ़ रहे हैं आपां, की हुंदा सी अपने कोल 1/2 एम बी दी स्केयर फस्ट की कढ़ी आ। कनैटिक एनर्जी फाइनल की कढ़ोगे तो एम एन फाइनल तक जाओगे, तो कित्थों कंडीशन तक जाओगे एन टाइम तक। तो ये की है बेटा एन ऐड हो गया, ता करके क्योंकि तुसीं फाइनल पोजीशन तक पहुँच रहे हो। इनू कढ़ लिया आपां। लॉस किवें कढ़दे हुन्ने आपां, इनिशियल वैल्यू जिहड़ी निकली सी उहदे विचों की है तुसीं फाइनल वाली नूं माइनस कर देना गा। सॉल्व करके लिखोगे तो तुहाडे कोले रिक्वायर रिजल्ट आ जाऊगा। ठीक है, तो ये एक्सरसाइज बेटा कर लियो। अगर कोई डाउट होया तो पूछ लिया करो बेटा। ठीक है।